ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਹਾਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਮੌਜੂਦ ਨੇ। ਗੱਲਬਾਤ ਦਾ ਵਿਸ਼ਾ ਸਾਡਾ ਰਹੇਗਾ ਕਿ ਗੈਂਗਸਟਰਵਾਦ। ਲਗਾਤਾਰ ਇਹ ਸਵਾਲ ਬੱਚਿਆਂ ਦੇ ਮਾਪਿਆਂ ਦੇ ਮਨਾਂ ਵਿੱਚ ਵੀ ਉੱਠਦਾ ਹੈ। ਜਿਵੇਂ ਲੋਕ ਕਹਿ ਦਿੰਦੇ ਨੇ ਕਿ ਕੋਈ ਜੰਮਦਾ ਗੈਂਗਸਟਰ ਨਹੀਂ ਬਣਦਾ, ਉਹਨੂੰ ਹਾਲਾਤ ਬਣਾ ਦਿੰਦੇ ਨੇ, ਤੇ ਜਿਹੜਾ ਗੈਂਗਸਟਰ ਬਣ ਜਾਂਦਾ ਹੈ ਉਹ ਵੀ ਅੱਗੇ ਜਾ ਕੇ ਕੁਝ ਇਹੋ ਜਿਹੀਆਂ ਮਤਲਬ ਕਿ ਆਪਣੀ ਨਾਕਾਮੀ ਜਾਂ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਦੇ ਲਈ ਕੋਈ ਨਾ ਕੋਈ ਬਹਾਨਾ ਘੜ ਲੈਂਦਾ ਕਿ ਸਾਨੂੰ ਸਿਆਸਤਦਾਨਾਂ ਨੇ ਬਣਾਤਾ। ਬਹੁਤ ਕੁਝ ਇਹੋ ਜਿਹੇ ਸਵਾਲ ਹੁੰਦੇ ਨੇ ਜਿਨ੍ਹਾਂ ਤੇ ਅਸੀਂ ਗੱਲਬਾਤ ਕਰਾਂਗੇ। ਗੈਂਗਸਟਰਵਾਦ ਦੇ ਵਿੱਚ ਔਰਤਾਂ ਦੀ ਭੂਮਿਕਾ, ਲੇਡੀ ਡੌਨ ਜਿਹਨੂੰ ਕਹਿ ਦਿੰਦੇ ਨੇ, ਉਹ ਸਾਡੇ ਇੰਡੀਆ 'ਚ ਜਾਂ ਬਾਹਰਲੇ ਮੁਲਕਾਂ ਦੀ, ਉਹ ਸਾਰੀ ਰਿਪੋਰਟ ਦੇ ਉੱਤੇ ਗੱਲਬਾਤ ਹੋਏਗੀ। ਤੁਹਾਡਾ ਸਵਾਗਤ ਹੈ ਡਾਕਟਰ ਸਾਹਿਬ ਜੀ। ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ। ਤੁਹਾਡੇ ਰਾਹੀਂ ਸੁਣਨ ਵਾਲਿਆਂ ਨੂੰ ਵੀ ਨਿੱਘੀ ਫਤਿਹ ਜੀ। ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸਭ ਤੋਂ ਪਹਿਲਾ ਸਵਾਲ ਹੈ ਕਿ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ, ਮੈਂ ਚਾਹਾਂਗਾ ਕਿ ਦੋਨਾਂ ਨੂੰ ਇਕੱਠਿਆਂ ਜੇ ਕਰਕੇ ਗੈਂਗਸਟਰ ਦੀ ਡੈਫੀਨੇਸ਼ਨ ਨੂੰ ਦੇਖਿਆ ਜਾਵੇ ਤਾਂ ਤੁਸੀਂ ਕੀ ਮੰਨਦੇ ਹੋ? ਰਿਪੋਰਟਾਂ ਕੀ ਕਹਿੰਦੀਆਂ ਨੇ? ਦੇਖੋ, ਜਿਹੜੀ ਅੰਤਰਰਾਸ਼ਟਰੀ ਪੱਧਰ ਤੇ ਗੈਂਗਸਟਰ ਦੀ ਪਰਿਭਾਸ਼ਾ ਦਿੱਤੀ ਗਈ ਹੈ, ਮੇਰਾ ਖਿਆਲ ਉਹਦੇ ਵਿੱਚ ਹੀ ਬਹੁਤ ਕੁਝ ਸਾਨੂੰ ਸਮਝ ਵੀ ਲੱਗ ਸਕਦੀ ਹੈ ਕਿ ਕਿਸ ਪਾਸੇ ਨੂੰ ਇਹ ਮੋੜਾ ਲੈ ਰਿਹਾ ਹੈ ਸਾਰਾ ਕੁਝ ਸਿਚੁਏਸ਼ਨ। ਕਾਰਨ ਇਹ ਉਹਦੇ ਵਿੱਚ ਲਿਖਿਆ ਜੇ ਗੈਂਗਸਟਰ ਦੀ ਡੈਫੀਨੇਸ਼ਨ ਵਿੱਚ, ਜੋ ਕਿ ਇਸ ਵੇਲੇ ਇੱਕ ਯੂਕੇ ਵੱਲੋਂ ਪੂਰੀ ਕਿਤਾਬ ਹੀ ਰਿਲੀਜ਼ ਕਰ ਦਿੱਤੀ ਗਈ ਹੈ, ਜੋ ਕਿ ਇਤਿਹਾਸਕ ਗੈਂਗਸਟਰ ਤੋਂ ਲੈ ਕੇ ਹੁਣ ਤੱਕ। ਸੋ ਉਹਨਾਂ ਨੇ ਜੋ ਡਿਫਾਈਨ ਕੀਤਾ ਹੈ ਕਿ ਗੈਂਗਸਟਰ ਦਾ ਮਤਲਬ ਇੱਕ ਅਜਿਹਾ ਸ਼ਖਸ ਜੋ ਸਿਰਫ ਤੇ ਸਿਰਫ ਆਪਣੇ ਤੱਕ ਸੀਮਤ ਹੋਵੇ, ਆਪਣੇ ਆਪ ਨੂੰ ਉੱਚਾ ਚੁੱਕਣਾ ਚਾਹੁੰਦਾ ਹੋਵੇ, ਇੱਕ ਭੈ ਜਾਂ ਡਰ ਉਹਦੇ ਆਸ-ਪਾਸ ਫੈਲਾਉਣ ਦਾ ਉਹਦਾ ਢੰਗ ਤੇ ਤਰੀਕਾ ਸਿਰਫ ਵਾਇਲੈਂਸ ਰਾਹੀਂ ਹੋਵੇ, ਤੇ ਫਿਰ ਉਹਨੇ ਇੱਕ ਆਪਣਾ ਇਲਾਕਾ ਮਿੱਥ ਲਿਆ ਹੋਵੇ, ਜਿਵੇਂ ਜਾਨਵਰ ਮਿੱਥਦੇ ਨੇ। ਇੱਕ ਇਨ ਅਦਰ ਵਰਡਸ, ਮਤਲਬ ਉਹਨਾਂ ਨੇ ਲਿਖਿਆ ਕਿ ਉਹ ਇੱਕ ਇਨਸਾਨ ਨਾ ਹੁੰਦਿਆਂ ਹੋਇਆਂ ਇੱਕ ਜਨੌਰ ਬਣ ਜਾਂਦਾ। ਜੇ ਇਹ ਡੈਫੀਨੇਸ਼ਨ ਜੋ ਅੰਤਰਰਾਸ਼ਟਰੀ ਨਿਕਲਦੀ ਹੈ, ਮੇਰਾ ਖਿਆਲ ਉਹਦੇ ਵਿੱਚ ਸਾਰਾ ਕੁਝ ਹੀ ਸਪਸ਼ਟ ਹੋ ਜਾਂਦਾ ਹੈ ਕਿ ਇਲਾਕਾ ਵੀ ਮਿੱਥਣਾ, ਫਿਰ ਕਿਸੇ ਤੇ ਹਮਲਾ ਵੀ ਬੋਲਣਾ, ਉਹ ਵੀ ਡਰਾ ਕੇ ਉਹਨੂੰ ਜਾਂ ਧਮਕਾ ਕੇ ਜਾਂ ਜਿਸ ਵੀ ਤਰੀਕੇ ਤੇ ਬੇਹੂਦਗੀ ਨਾਲ ਮਾਰਨਾ ਜਿਹਦੇ ਨਾਲ ਉਹ ਡਰ ਹੋਰ ਵਧੇ। ਪਰ ਸਭ ਤੋਂ ਵੱਧ ਕਿ ਉਹ ਇਨਸੈਂਸਿਟਿਵ ਹੋ ਜਾਣਾ, ਕਿ ਜਿਹਨੂੰ ਬਿਲਕੁਲ ਹੀ ਕਿਸੇ ਕਿਸਮ ਦਾ ਭੈ ਨਾ ਰਹੇ, ਨਾ ਉਹਨੂੰ ਡਰ ਲੱਗੇ ਵੀ ਮੈਂ ਕਿਸ ਨੂੰ ਕਿੰਨੇ ਕੁ ਭਿਆਨਕ ਤਰੀਕੇ ਨਾਲ ਮਾਰ ਸਕਦਾ। ਉਹਦੇ ਇੱਕ ਅਖੀਰੀ ਲਾਈਨ ਸੁਖਵਿੰਦਰ ਜੀ ਬੜੀ ਇੰਟਰਸਟਿੰਗ ਜੀ। ਉਹਦੇ ਨਾਲ ਅੰਤ ਵਿੱਚ ਲਿਖਿਆ, ਇਹਨਾਂ ਵਿੱਚ ਲਗਭਗ 83 ਤੋਂ 84% ਉਹ ਹੁੰਦੇ ਨੇ ਗੈਂਗਸਟਰ ਜਿਹੜੇ ਮਾਨਸਿਕ ਰੋਗੀ ਹੁੰਦੇ ਨੇ, ਜਿਨ੍ਹਾਂ ਦੀ ਦਿਮਾਗ ਦੀ ਬਣਤਰ ਦੇ ਵਿੱਚ ਸਦੀਵੀ ਨੁਕਸ ਪੈ ਗਿਆ ਹੁੰਦਾ, ਜਿਨ੍ਹਾਂ ਦਾ ਏਮ ਹੀ ਨਹੀਂ ਰਹਿੰਦਾ, ਯਾਨੀ ਇੱਕ ਵੱਖਰੇ ਏਮ ਦੇ ਆਧਾਰ ਤੇ ਚੱਲਦੇ ਨੇ। ਤੇ ਫਿਰ ਇਹ ਮਾਨਸਿਕ ਰੋਗੀ ਹੋਣ ਕਾਰਨ ਇਨੀਸ਼ੀਅਲ ਸਟੇਜਿਸ 'ਚ ਤਾਂ ਜ਼ਰੂਰ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਪੂਰਾ ਆਪਣਾ ਡਰ ਦਾ ਇੱਕ ਜਲੌ ਫੈਲਾ ਲਿਆ ਕਿ ਅਸੀਂ ਕੀਤਾ, ਪਰ ਇਹਨਾਂ ਵਿੱਚੋਂ ਬਹੁਤ ਗਿਣਤੀ ਡਿਪਰੈਸ਼ਨ ਵਿੱਚ, ਐਂਜ਼ਾਈਟੀ ਅਟੈਕ ਦੇ ਵਿੱਚ, ਜਾਂ ਉਹਨਾਂ ਨੂੰ ਕੋਈ ਨਾ ਕੋਈ ਕੰਡਕਟ ਡਿਸਆਰਡਰ ਜਾਂ ਮਾਨਸਿਕ ਅਜਿਹਾ ਰੋਗ ਜੇ ਗ੍ਰਸਤ, ਜਿਹਦੇ ਨਾਲ ਜਾਂ ਤਾਂ ਉਹ ਆਪੋ ਵਿੱਚ ਲੜ ਕੇ ਮਰ ਜਾਂਦੇ ਨੇ, ਗੋਲੀ ਦਾ ਸ਼ਿਕਾਰ ਹੋ ਜਾਂਦੇ ਨੇ, ਜਾਂ ਸੁਇਸਾਈਡਲ ਅਟੈਂਪਟਸ ਜਾਂ ਡਿਪਰੈਸ਼ਨ ਦੇ ਅਟੈਕਸ, ਇਹ ਸਾਰਿਆਂ ਦੇ ਇਹਨਾਂ ਦੇ ਵਿੱਚ ਬਹੁਤ ਗਿਣਤੀ 'ਚ ਲੱਭੇ ਨੇ। ਕਿਉਂਕਿ ਇਹਨਾਂ ਨੇ ਲਿਖਿਆ ਕਿ ਬਹੁਤੇ ਗੈਂਗਸਟਰਸ ਦਾ ਅੰਤ ਵੀ ਜਾਂ ਤਾਂ ਗੁੰਮਸ਼ੁਦਾ ਹੀ ਹੋ ਗਏ, ਜਾਂ ਜੇਲ੍ਹਾਂ 'ਚ ਜਾ ਕੇ ਮਰੇ, ਕੋਈ ਫਾਂਸੀਆਂ ਤੇ ਚੜੇ, ਕੋਈ ਗੈਂਗਵਾਰ ਵਿੱਚ ਦਫਨ ਹੋ ਗਏ, ਯਾਨੀ ਸਭ ਜਵਾਨੀ ਦੀ ਉਮਰ ਵਿੱਚ ਹੀ ਖਤਮ ਹੋਏ। ਜੀ ਬਿਲਕੁਲ। ਮੈਂ ਮੈਡਮ ਚਾਹਾਂਗਾ ਕਿ ਇਹਨੂੰ ਥੋੜਾ ਜਿਹਾ ਹੋਰ ਖੋਲੀਏ ਕਿ ਜਿਵੇਂ ਕਿਹਾ ਜਾਂਦਾ ਹੈ ਕਿ ਕੋਈ ਮਤਲਬ ਕਿ ਹਾਲਾਤਾਂ ਦੇ ਨਾਲ ਬਣਿਆ ਗੈਂਗਸਟਰਵਾਦ ਜਿਹੜਾ ਸ਼ੁਰੂ ਹੁੰਦਾ, ਉਹਨੂੰ ਸ਼ੁਰੂ ਦੇ ਵਿੱਚ ਹੀ ਕਿਉਂ ਨਹੀਂ ਰੋਕ ਲਿਆ ਜਾਂਦਾ? ਜੇ ਅੱਤਵਾਦ ਸ਼ੁਰੂ ਹੁੰਦਾ ਕੋਈ ਇੱਕ ਅੱਧੇ ਦਿਨ 'ਚ ਤਾਂ ਬਣਦਾ ਨਹੀਂ, ਟ੍ਰੇਨਿੰਗਾਂ ਲਈਆਂ ਜਾਂਦੀਆਂ ਨੇ, ਜਿਹੜੇ ਗੈਂਗਸਟਰ ਨੇ ਉਹ ਗਲੈਮਰਾਈਜ਼ ਵੀ ਉਹਨਾਂ ਨੂੰ ਕਰ ਦਿੱਤਾ ਜਾਂਦਾ ਹੈ, ਕਿਉਂਕਿ ਲੋਕ ਤਾਂ ਕਹਿੰਦੇ ਨੇ ਕਿ ਚੁੱਕੀ ਤਾਂ ਇਹਨਾਂ ਨੇ ਵੀ ਆਦਤ ਹੈ, ਇਹ ਵੀ ਮਾਰਦੇ ਨੇ, ਨਿਰਦੋਸ਼ੀਆਂ ਦਾ ਕਤਲ ਕਰ ਦਿੰਦੇ ਨੇ, ਆਪਣੀਆਂ ਫਰੋਤੀਆਂ ਲੈਂਦੇ ਨੇ, ਤੇ ਇਹ ਆਪਣੇ ਆਪ 'ਚ ਇੱਕ ਸਟੈਂਡਰਡ ਮਹਿਸੂਸ ਕਰਦੇ ਨੇ ਕਿ ਅਸੀਂ ਗੈਂਗਸਟਰ ਆ। ਇਹ ਜੇ ਇਹਨਾਂ ਨੂੰ ਅੱਤਵਾਦੀ ਕਹਿ ਦਿੱਤਾ ਜਾਵੇ ਤਾਂ ਕੋਈ ਅਤਕਥਨੀ ਨਹੀਂ ਇਹਦੇ ਵਿੱਚ। ਦੇਖੋ, ਬੜੀ ਤੁਸੀਂ ਡੈਲੀਕੇਟ ਜਿਹਾ ਕੁਐਸਚਨ ਪੁੱਛਿਆ ਕਿ ਕਿਉਂਕਿ
ਬਚਪਨ ਤੋਂ ਇਹ ਇਸ ਤਰ੍ਹਾਂ ਦੀ ਕ੍ਰੀਏਟੀਵਿਟੀ ਜਿਵੇਂ ਦੀ ਹੁੰਦੀ ਆ ਉਸ 'ਚ ਫਰਕ ਹੁੰਦਾ। ਮੈਂ ਥੋੜਾ ਜਿਹਾ ਤੁਹਾਨੂੰ ਸਮਝਾਉਣਾ ਚਾਹਾਂਗੀ ਅ, ਕਿ ਨਾਰਮਲ ਡਿਵੈਲਪਮੈਂਟ, ਕਿਉਂਕਿ ਮੈਂ ਹਾਂ ਹੀ ਚਾਈਲਡ ਸਪੈਸ਼ਲਿਸਟ, ਨਾਰਮਲ ਬੱਚੇ ਦੀ ਬ੍ਰੇਨ ਦੀ ਡਿਵੈਲਪਮੈਂਟ ਲਗਭਗ 80-90% ਪਹਿਲੇ 2 ਸਾਲ 'ਚ ਪੂਰੀ ਹੋ ਜਾਂਦੀ ਹੈ। ਹੁਣ ਉਹਦੇ 'ਚ ਸਾਡੇ ਸੈੱਲ ਨੇ ਟ੍ਰਿਲੀਅਨਸ, ਯਾਨੀ ਕੋਈ ਗਿਣਤੀ ਨਹੀਂ, ਅਣਗਿਣਤ ਜਿਹੜੇ ਅੱਗੋਂ ਕਨੈਕਸ਼ਨਸ ਜੋੜਦੇ ਨੇ, ਜਿਹੜੇ ਸਾਨੂੰ ਇਹ ਸਮਝਾਉਂਦੇ ਨੇ ਕਿ ਜੋ ਕਿ ਨਾਰਮਲ ਡਿਵੈਲਪਮੈਂਟ 'ਚ ਮੈਂ ਤੁਹਾਨੂੰ ਗੱਲ ਕਰਦੀ ਹਾਂ ਕਿ ਹਾਂ ਮੈਂ ਇੱਥੇ ਮੁਸਕਰਾਉਣਾ ਹੈ, ਮੈਂ ਜਵਾਬੀ ਯਾਨੀ ਇੱਕ ਹੁੰਗਾਰਾ ਭਰਨਾ ਹੈ, ਮੈਂ ਇਸ ਤਰ੍ਹਾਂ ਸਹਿਨਸ਼ੀਲਤਾ ਨਾਲ ਰਹਿਣਾ ਹੈ, ਇਸ ਤਰ੍ਹਾਂ ਮੈਂ ਕਾਨੂੰਨ ਦੀ ਪਾਲਣਾ ਕਰਨੀ ਹੈ, ਇਹ ਨਾਰਮਲ ਜੇ। ਹੁਣ ਐਬਨੋਰਮਲ ਕੀ ਹੁੰਦਾ ਜੇ ਕਿ ਇੱਕ ਉਹ ਫੈਮਿਲੀ ਜਿੱਥੇ ਕੁਝ ਸਰਕਮਸਟੈਂਸਿਸ 'ਚ ਮੈਂ ਤੁਹਾਨੂੰ ਲਿਜਾਨੀ ਹਾਂ, ਜਿੱਥੇ ਘਰ ਵਿੱਚ ਘਰੇਲੂ ਹਿੰਸਾ ਹੁੰਦੀ ਹੋਵੇ, ਜਿੱਥੇ ਬੱਚੇ ਨਾਲ ਮਾਰ ਕੁਟਾਈ ਹੋਏ, ਉਹਦੇ ਨਾਲ ਸੈਕਸੁਅਲ ਅਬਿਊਜ਼ ਹੋਈ ਹੋਵੇ, ਜਾਂ ਉਸ ਨਾਲ ਵਿਤਕਰਾ ਅਜਿਹਾ ਹੋਵੇ ਵੀ ਬੱਚੇ ਨੂੰ ਆਹ ਸੋਹਣੇ ਕੱਪੜੇ ਵਧੀਆ ਬੰਦਾ, ਇਹ ਗੰਦੇ ਕੱਪੜੇ ਨੂੰ ਪਰਾਂ ਸੁੱਟ ਦਿਓ। ਉਹ ਗੱਲ 2 ਵਰਿਆਂ ਦੇ ਬੱਚੇ ਦੇ ਮਨ 'ਚ ਜਦੋਂ ਇਹ ਕਨੈਕਸ਼ਨ ਜੁੜਨੇ ਨੇ ਤਾਂ ਉਹ ਵਿੰਗ ਤੜਿੰਗ ਜਾਨੀ ਇੱਧਰ ਕੋਈ ਇੱਧਰ ਕਨੈਕਸ਼ਨ ਜੁੜਿਆ ਜੋ ਕਿ ਸਦੀਵੀ ਨੁਕਸਾਨ ਕਰਦੇ ਨੇ। ਇਸੇ ਕਾਰਨ ਤੁਹਾਨੂੰ ਮੈਂ ਕਿਹਾ ਵੀ ਪੂਰੀ ਕਿਤਾਬ 'ਚ ਨਹੀਂ, ਕਿਤਾਬ ਰਿਲੀਜ਼ ਕੀਤੀ ਗਈ ਹੈ 350 ਪੇਜਾਂ ਦੀ, ਇਹ ਦੱਸਣ ਲਈ ਕਿ ਭਾਈ ਜਿਹੜੇ ਗੈਂਗਸਟਰ ਬਣਦੇ ਨੇ ਨਾ, ਸੋਚਿਓ ਕਿ ਅੱਜ ਸ਼ੁਰੂ ਹੋਏ ਤੇ ਅੱਜ ਹੀ ਬਣ ਗਏ। ਇਹ ਜਾਂ ਤਾਂ ਉੱਥੋਂ ਬਚਪਨ ਤੋਂ ਹੀ ਬਣੇ ਜਿਹੜੇ ਹੌਲੀ-ਹੌਲੀ ਜਾ ਕੇ 5, 6, 7 ਵਰਿਆਂ ਤੇ ਉਹ ਦੇਖਦੇ ਨੇ ਕਿ ਇਸੇ ਹੀ ਥਾਂ ਤੇ ਇੱਕ ਤਾਂ ਮਾਂ-ਪਿਓ ਵੱਲੋਂ ਰਿਜੈਕਸ਼ਨ ਕਿ ਟਾਈਮ ਨਹੀਂ ਹੈ, ਉਹ ਆਪਣਾ ਬਾਹਰ ਨੂੰ ਤੁਰਿਆ ਹੋਇਆ, ਜਾਂ ਘਰੇਲੂ ਜਿਵੇਂ ਮੈਂ ਦੱਸਿਆ ਹਿੰਸਾ ਦਾ ਸ਼ਿਕਾਰ ਜੋ ਕਿ ਇੱਕ ਗੁੱਸਾ ਮਨ ਵਿੱਚ ਲਿਜਾਂਦਾ ਹੈ। ਫਿਰ ਅੱਗੋਂ ਕੁਝ ਅਜਿਹੇ ਹੁੰਦੇ ਨੇ ਜਿਹਨੇ ਪੜ੍ਹ ਨਾ ਸਕਣ, ਯਾਨੀ ਫਾਈਨੈਂਸ਼ੀਅਲੀ ਨਾ ਓਨੇ ਤਗੜੇ ਹੋਣ, ਆਪਣੇ ਹੱਕ ਨਾ ਲੈ ਸਕੇ ਹੋਣ, ਉਹ ਗੁੱਸਾ ਮਨ ਵਿੱਚ ਨਾਲੋਂ ਨਾਲ ਜਮਾ ਹੋ ਜਾਂਦਾ ਹੈ ਕਿ ਮੇਰੇ ਹੀ ਕਾਲੋਨੀ ਵਿੱਚ ਇੱਕ ਬੰਦੇ ਕੋਲ 6 ਕਾਰਾਂ ਨੇ ਤੇ ਮੇਰੇ ਕੋਲ ਕੱਖ ਵੀ ਨਹੀਂ, ਸਾਈਕਲ ਵੀ ਨਹੀਂ। ਸੋ ਇੱਕ ਤਾਂ ਇਹ ਵੈਰਾਈਟੀ ਤਿਆਰ ਹੁੰਦੀ ਜੇ ਜਿਹੜੀ ਇੱਕ ਬਦਲਾ ਲਊ ਨੀਤੀ ਨਾਲ ਕਿ ਸਾਰਾ ਸਮਾਜ ਹੀ ਖਰਾਬ ਹੈ, ਤੇ ਆਪਣਾ ਆਈਕਨ ਲੱਭਣ ਲਈ, ਆਪਣੀ ਪਛਾਣ ਲੱਭਣ ਲਈ ਕਿ ਮੇਰੇ ਕੋਲ ਕੋਈ ਕੌਣ ਹੀਰੋ ਹੈ, ਸੋ ਉਹ ਲੱਭਦੇ ਨੇ ਕਿ ਅੱਛਾ ਇਹ ਮੀਡੀਆ ਵਿੱਚ ਬੰਦਾ ਛਾਇਆ ਪਿਆ, ਹੁਣ ਇਹਦੇ ਕੋਲ ਕੀ ਹੈ, ਯਾਨੀ ਇਹ ਬੰਦਾ ਉਹ ਏ ਜਿਹਦੇ ਕੋਲ ਇਹਨੇ ਕੀਤਾ ਕੀ ਕਿ ਇੱਕ ਡਰਾਇਆ, ਕਿਸੇ ਨੂੰ ਧਮਕਾਇਆ ਤੇ ਫਿਰ ਕਤਲ, ਫਿਰੌਤੀ, ਇਹ ਚੀਜ਼ਾਂ ਕੀਤੀਆਂ। ਪਰ ਇਹ ਅਸੀਂ ਹਫ਼ਤਾ ਭਰ ਇਸੇ ਦੀਆਂ ਸ਼ਕਲਾਂ ਰੋਜ਼ ਟੀਵੀ 'ਚ ਵੀ ਦੇਖੀਆਂ, ਇਸੇ ਤਰ੍ਹਾਂ ਹੀ ਅਖਬਾਰਾਂ 'ਚ ਹਰ ਰਸਾਲੇ 'ਚ ਪਈ। ਇਹ ਤਾਂ ਇੱਕ ਐਸਾ ਹੀਰੋ ਹੈ ਜਿਹਦੇ ਨਾਲ ਅਸੀਂ ਜੇ ਜੁੜ ਜਾਈਏ ਅਸੀਂ ਇਸੇ ਤਰ੍ਹਾਂ ਚਮਕ ਜਾਵਾਂਗੇ। ਸੋ ਇਹ ਇੱਕ ਫੇਜ਼ ਤਿਆਰ ਹੁੰਦਾ ਜੇ। ਦੂਜਾ ਫੇਜ਼ ਹੁੰਦਾ ਜੇ ਇੱਕ ਅਮੀਰ ਘਰ ਦਾ ਬੱਚਾ, ਉਹ ਜਦੋਂ ਸਭ ਕੁਝ ਉਹਦੇ ਕੋਲ ਹੁੰਦਾ ਹੋਇਆ ਵੀ, ਕਿਉਂਕਿ ਮਾਂ-ਪਿਓ ਇੰਨੇ ਕੁ ਬਿਜ਼ੀ ਨੇ ਕਿ ਉਹ ਆਪਣੇ ਆਪ ਨੂੰ ਅਧੂਰਾ ਮੰਨਦਾ ਕਿ ਮੇਰੇ ਕੋਲ ਮਾਂ-ਪਿਓ ਤਾਂ ਹੈ ਨਹੀਂ, ਮੇਰੀ ਗੱਲ ਸੁਣਦੇ ਨਹੀਂ, ਤੇ ਦੋਸਤ ਮੇਰੇ ਅਜਿਹੇ ਨੇ ਜਿਹੜੇ ਜੇ ਤਾਂ ਕੋਈ ਆਪਣੇ ਨਾਲ ਦੇ ਨੇ ਬਹੁਤ ਕੁਛ, ਕੋਈ ਡਰੱਗਸ ਵਿੱਚ ਜੇ, ਕੋਈ ਅਲਕੋਹਲ ਵਿੱਚ ਜੇ, ਕੋਈ ਹੋਰ ਯਾਨੀ ਇਸ ਤਰ੍ਹਾਂ ਦੇ ਹਾਲ ਵਿੱਚ ਜੁੜੇ ਹੋਏ ਨੇ, ਤੇ ਜਾਂ ਫਿਰ ਮੈਨੂੰ ਇੱਥੇ ਤੱਕ ਸੀਮਤ ਹੋਣਾ ਪੈ ਰਿਹਾ, ਮੇਰੇ ਸਿਰ ਤੇ ਪਿਓ ਦਾ ਨਾਮ ਲੱਗਿਆ, ਮੇਰੀ ਆਇਡੈਂਟੀਟੀ ਨਹੀਂ ਹੈ। ਸੋ ਆਪਣੀ ਆਇਡੈਂਟੀਟੀ ਲੱਭਦਾ ਇਹ ਕਰਦਾ ਕਿ ਭਾਵੇਂ ਮੈਂ ਅਮਰੀਕਾ 'ਚ ਬੈਠਾ, ਭਾਵੇਂ ਮੈਂ ਕੈਨੇਡਾ 'ਚ ਬੈਠਾ, ਮੈਂ ਸਭ ਕੁਝ ਅਚੀਵ ਕਰ ਸਕਿਆ, ਪਰ ਮੇਰਾ ਨਾਮ ਨਹੀਂ ਹੈ, ਮੈਨੂੰ ਆਪਣਾ ਆਇਡੈਂਟੀਟੀ ਚਾਹੀਦੀ ਹੈ। ਸੋ ਉਹਦੇ ਲਈ ਉਹ ਜੁੜਦੇ ਨੇ ਕਿ ਮੈਂ ਜੀ ਡਰੱਗਸ ਵਿੱਚ ਵੀ ਗਿਆ, ਮੈਂ ਅਯਾਸ਼ੀ ਵੀ ਕੀਤੀ, ਸਭ ਕੁਝ ਕਰ ਸਕਦਾ, ਪਰ ਮੈਂ ਹੁਣ ਛਾ ਜਾਵਾਂਗਾ, ਯਾਨੀ ਮੇਰੇ ਚੁਫੇਰੇ ਇਰਦ ਗਿਰਦ ਦੁਨੀਆ ਮੇਰੇ ਡਰ ਦੇ ਹੇਠਾਂ ਰਹੇਗੀ। ਸੋ ਉਹ ਇੱਕ ਵੱਖਰਾ ਜਿਹੜਾ ਸਿਸਟਮ ਤਿਆਰ ਹੁੰਦਾ ਜੀ। ਇੱਕ ਸੁਖਵਿੰਦਰ ਜੀ ਵੱਖਰੀ ਗੱਲ ਜੇ ਤੁਸੀਂ ਇਜਾਜ਼ਤ ਦੇ, ਜੇ ਸਵਾਲ ਪੁੱਛਣਾ ਤੁਸੀਂ ਪੁੱਛੋ, ਨਹੀਂ ਤਾਂ ਮੈਂ ਕੁਝ ਜ਼ਰੂਰ ਐਡ ਆਨ ਕਰਨਾ ਚਾਹੁੰਦੀ ਹਾਂ। ਨਹੀਂ, ਤੁਸੀਂ ਆਪਣੀ ਗੱਲ ਜਾਰੀ ਰੱਖੋ ਜੋ ਤੁਹਾਨੂੰ ਬਣ ਜਾਏ। ਹੁਣ ਬੱਚਿਆਂ ਵਿੱਚ ਤਬਦੀਲੀ ਕੀ ਆਉਂਦੀ ਜੇ ਕਿ ਸਾਨੂੰ ਜਿਹੜੇ ਗੈਂਗਸਟਰ ਬਣਨ ਦੀ ਪਛਾਣ, ਕਿਉਂਕਿ ਇਹ ਸਦੀਆਂ ਤੋਂ ਤੁਰਦੇ ਆਉਂਦੇ ਜਿੰਨੇ ਵੀ ਸੀ ਸਭ ਦੀ ਸਟੱਡੀ ਕੀਤੀ ਗਈ ਹੈ ਕਿ ਜਿਹੜੇ ਇਹ ਬਦਲਾ ਲਊ ਨੀਤੀ ਨਾਲ ਬੱਚੇ ਤਿਆਰ ਹੁੰਦੇ ਨੇ ਜਾਂ ਜਦੋਂ ਚੇਂਜ ਓਵਰ ਹੁੰਦਾ ਹੈ, ਇਹ ਪਛਾਣਿਆ ਜਾ ਸਕਦਾ ਜੇ ਅਸੀਂ ਮਾਪੇ ਜਾਂ ਸਕੂਲ ਜਾਂ ਕਾਲਜ ਲੈਵਲ ਤੇ ਜੇ ਧਿਆਨ ਦਿੱਤਾ ਜਾ ਸਕੇ, ਕਿਉਂਕਿ ਉਹ ਬੱਚਾ ਆਪਣੇ ਦੋਸਤਾਂ ਤੋਂ ਟੁੱਟੇਗਾ, ਘਰ ਘੱਟ ਕੰਮ ਘਰ ਨਹੀਂ ਓਨਾ ਸਮਾਂ ਬਿਤਾਏਗਾ, ਪਰ ਆਖੇ ਨਾ ਲੱਗਣਾ, ਜ਼ਿੱਦੀ, ਲੜਾਕਾ, ਟੈਟੂਜ਼ ਬਣਾਉਣੇ ਸ਼ੁਰੂ ਕਰ ਦੇਣੇ, ਗਨ ਕਲਚਰ ਵੱਲ ਉਹਦਾ ਖਿੱਚਿਆ ਜਾਣਾ, ਉਹੀ ਜਿਹੀਆਂ ਬੁੱਕਸ ਸੁਣਨੀਆਂ, ਦੇਖਣੀਆਂ, ਉਹੀ ਜਿਹੀ ਪ੍ਰੋਗਰਾਮ ਦੇਖਣੇ ਜਿਸ ਵਿੱਚ ਵਾਇਲੈਂਸ ਹੋਵੇ। ਇਹ ਬੜੀਆਂ ਵਾਰਨਿੰਗਸ ਜਾਰੀ ਕੀਤੀਆਂ ਨੇ ਈਵਨ ਯੂਨਾਈਟਿਡ ਨੇਸ਼ਨਸ ਨੇ ਕਿ ਜੇ ਇਹੋ ਜਿਹੀਆਂ ਦਿਖਦੀਆਂ ਨੇ, ਈਵਨ ਅਮਰੀਕਨ ਬੱਚਿਆਂ 'ਚ ਵੀ ਭਾਈ ਧਿਆਨ ਕਰੋ, ਇਹ ਬੱਚਾ ਵਿਗੜ ਗਿਆ ਜੇ,
ਹੁਣੇ ਹੀ ਸਾਂਭ ਲਓ, ਨਹੀਂ ਇਹ ਚੱਲਿਆ ਗੈਂਗਸਟਰ ਬਣਨ। ਨਹੀਂ ਇਹ ਕਦੇ ਵੀ ਉੱਠੇਗਾ ਤੇ ਅੱਜ ਰਾਤ ਗੋਲੀਆਂ ਤੜਾਤੜ ਮਾਰ ਕੇ ਬਾਕੀਆਂ ਨੂੰ ਮੁਕਾ ਦੇਗਾ, ਕਿਉਂਕਿ ਉਹਦਾ ਵਿਗਾੜ ਮਾਨਸਿਕ ਪੈ ਚੁੱਕਾ। ਇਸੇ ਲਈ ਸਪਸ਼ਟ ਕੀਤਾ ਗਿਆ ਹੈ ਕਿ ਗੈਂਗਸਟਰਸ ਨੂੰ ਸਾਈਕੈਟ੍ਰਿਕ ਟ੍ਰੀਟਮੈਂਟ ਦੀ ਲੋੜ ਹੁੰਦੀ ਜੇ, ਕਿਉਂਕਿ ਇਹ ਮਾਨਸਿਕ ਰੋਗੀ ਬਣ ਚੁੱਕੇ ਹੁੰਦੇ ਨੇ, ਇਹਨਾਂ ਨੂੰ ਸਾਹਮਣੇ ਬੰਦਾ ਨਹੀਂ ਦਿਸਦਾ। ਤੇ ਜਿਹੜੇ ਨਾਲ ਜੁੜਦੇ ਨੇ, ਬੜੀ ਸਪੈਸੀਫਿਕ ਤਰੀਕੇ ਉਹਨਾਂ ਨੂੰ ਵੀ ਹੌਲੀ-ਹੌਲੀ ਇਸੇ ਤਰ੍ਹਾਂ ਡੀਟੌਕਸੀਫਾਈ ਕੀਤਾ ਜਾਂਦਾ ਹੈ। ਭਾਈ ਤੁਸੀਂ ਆਮ ਬੰਦੇ ਨਹੀਂ ਹੋ, ਤੁਸੀਂ ਕਿਲਿੰਗ ਤੇ ਜਾਣਾ ਹੈ। ਇਹ ਉਸ ਗੈਂਗ ਨੂੰ ਸਮਝਾਇਆ ਹੀ ਏਦਾਂ ਜਾਂਦਾ ਹੈ ਤੇ ਇੰਨੀ ਬੁਰੀ ਤਰ੍ਹਾਂ ਫੁੰਡਣਾ ਹੈ ਕਿ ਅਗਲੇ ਤੇ ਵਾਹ-ਵਾਹੀ ਤੁਹਾਡੇ ਡਰ ਦਾ ਉੱਥੇ ਤਹਿਲਕਾ ਮਚ ਜਾਣਾ ਚਾਹੀਦਾ। ਨਹੀਂ ਭਾਈ, ਚੇਤੇ ਰੱਖੀ, ਤੇਰੇ ਸਿਰ ਦੇ ਵੱਲ ਇੱਕ ਹੋਰ ਦੁਨਾਲੀ ਖੜੀ ਹੋਊਗੀ ਜਾਂ AK-47 ਖੜੀ ਹੋਊਗੀ, ਜਿਹੜੀ ਤੈਨੂੰ ਵੀ ਇੰਝ ਹੀ ਫੁੰਡ ਦੇਏਗੀ। ਸੋ ਤੇਰੇ ਹੱਥ ਜੇ ਤੂੰ ਰਹਿਣਾ ਜਾਂ ਅਗਲੇ ਨੇ ਰਹਿਣਾ। ਇਹ ਤਰੀਕਾ ਜੇ ਜਿਸ ਤਰੀਕੇ ਇਹ ਅੱਗੋਂ ਤੋਰੇ ਜਾਂਦੇ ਨੇ ਤਿਆਰ ਕਰਕੇ, ਜਾਂ ਤੇਰੇ ਕੋਲ ਪੈਸਾ ਜਾਂ ਤੇਰੇ ਕੋਲ ਸ਼ੋਹਰਤ, ਤੇ ਨਹੀਂ ਫਿਰ ਤੂੰ ਖਤਮ ਏ, ਸਾਡੇ ਲਈ ਬੇਲੋੜਾ ਏ। ਸੋ ਇਹ ਗੈਂਗ ਕਲਚਰ ਦੇ ਵਿੱਚ ਜੋ ਟ੍ਰੇਨਿੰਗਸ ਹੁੰਦੀਆਂ ਜੇ, ਬੜੀ ਡੀਟੇਲਡ ਇਸ ਤਰ੍ਹਾਂ ਇਹ ਸਾਰਾ ਕੁਝ ਕਿਤਾਬ 'ਚ ਦਿੱਤਾ ਕਿ ਇੰਝ ਛੋਟੇ ਬੱਚੇ ਨੂੰ ਕਿਵੇਂ ਹਿਊਮਨ ਬੌਂਬ ਤੱਕ ਤਿਆਰ ਕਰ ਦਿੱਤਾ ਜਾਂਦਾ। ਨਫ਼ਰਤ ਇੰਨੀ ਭਰ ਦਿੱਤੀ ਜਾਂਦੀ ਹੈ ਕਿ ਆਮ ਅਸੀਂ ਕਹਿੰਦੇ ਹਾਂ ਸਮਝਾ ਲੈਂਦੇ ਹਾਂ ਜੀ, ਆਪਣੇ ਪੁੱਤ ਨੂੰ ਸਮਝਾ ਲੈਂਦੇ ਹਾਂ, ਉਹ ਸਮਝਾਉਣ ਵਾਲੀ ਗੱਲ ਰਹੀ ਨਹੀਂ ਹੁੰਦੀ, ਉਹ ਤਾਂ ਮਾਨਸਿਕ ਵਿਗਾੜ ਵੱਲ ਜਾ ਚੁੱਕਿਆ। ਕੁਝ ਇਹੋ ਹਾਲ ਔਰਤਾਂ ਦਾ ਵੀ ਹੁੰਦਾ ਜੇ, ਜਿਵੇਂ ਤੁਸੀਂ ਸ਼ੁਰੂ 'ਚ ਗੱਲ ਕੀਤੀ ਸੀ। ਜੀ, ਇਹੀ ਕਹਿ ਸਕਦੇ ਹਾਂ ਕਿ ਮਾਈਂਡ ਵਾਸ਼ ਕਰ ਦਿੱਤਾ ਜਾਂਦਾ ਹੈ ਉਹਨਾਂ ਨੂੰ। ਉਹ ਨਵੀਂ ਫਿਰਕੀ ਆਪਣੇ ਤਰੀਕੇ ਦੀ ਭਰ ਦਿੱਤੀ ਜਾਂਦੀ ਹੈ, ਜਿਹਦੇ ਵਿੱਚ ਸਿਰਫ ਤੇ ਸਿਰਫ ਜਾਂ ਤਾਂ ਜਿਵੇਂ ਕਹਿ ਲਓ ਕਿ ਜਿਹਾਦ ਦੀ ਗੱਲ ਹੁੰਦੀ ਹੈ, ਜਾਂ ਫਿਰ ਕੁਝ ਉਹੋ ਜਿਹੀ ਸੋਚ ਉੱਥੇ ਪਣਪ ਜਾਂਦੀ ਹੈ ਆਲਾ ਦੁਆਲਾ। ਫਿਰ ਉਹਨਾਂ ਨੂੰ ਜਦੋਂ ਜੇਲ੍ਹਾਂ 'ਚ ਲੈ ਕੇ ਜਾਇਆ ਜਾਂਦਾ, ਉੱਥੇ ਜਾ ਕੇ ਸੁਧਾਰ ਦੀ ਥਾਂ ਤੇ ਵਿਗਾੜ ਹੋ ਜਾਂਦਾ ਉਹਨਾਂ ਦਾ। ਉੱਥੇ ਉਸ ਤੋਂ ਵੀ ਵੱਡੇ ਮਿਲ ਜਾਂਦੇ ਨੇ, ਉਹ ਕਹਿੰਦੇ ਯਾਰ ਤੂੰ ਚੋਰੀ 'ਚ ਆਇਆ, ਕੋਈ ਵੱਡੀ ਗੱਲ ਕਰ, ਕੋਈ ਵੱਡਾ ਕਾਂਡ ਕਰ ਤਾਂ ਕਿ ਤੇਰਾ ਅੰਦਰ ਵੀ ਨਾਮ ਬਣੇ। ਫਿਰ ਉਹੋ ਜਿਹੀ ਗੱਲ ਹੋ ਜਾਂਦੀ ਹੈ। ਮੈਂ ਇਹਦੇ ਤੇ ਹੀ ਆਵਾਂ। ਜਦੋਂ ਲੇਡੀ ਡੌਨ ਦੀ ਗੱਲ ਕੀਤੀ ਜਾਂਦੀ ਹੈ, ਬਹੁਤੇ ਗੈਂਗਸਟਰਾਂ ਦੇ ਕਨੈਕਸ਼ਨ ਇੱਥੇ ਨਿਕਲਦੇ ਨੇ। ਕੁੜੀਆਂ ਦਾ ਇਸ ਪਾਸੇ ਵੱਲ ਨੂੰ ਰੁਝਾਨ, ਆਖਿਰਕਾਰ ਜ਼ਿੰਦਗੀ ਤਾਂ ਚਲੋ ਨੌਜਵਾਨਾਂ ਦੀ ਵੀ ਖਰਾਬ ਹੁੰਦੀ ਹੈ, ਪਰ ਕੁੜੀਆਂ ਤਾਂ ਕਿਸੇ ਹੱਦ ਤੱਕ ਸੋਚਦੀਆਂ ਹੋਣਗੀਆਂ ਕਿ ਅਸੀਂ ਕਿਹੜੇ ਪਾਸੇ, ਜਾਂ ਫਿਰ ਕੀ ਸੋਚ ਕੇ ਇਸ ਪਾਸੇ ਤੁਰ ਪੈਂਦੀਆਂ ਨੇ। ਦੇਖੋ, ਜਿੰਨੀਆਂ ਲੇਡੀ ਡੌਨਸ ਜਿਹੜੀਆਂ ਭਾਵੇਂ 17ਵੀਂ ਸਦੀ ਦੀਆਂ ਵੀ ਸਾਡੇ ਕੋਲ ਇਸ ਤਰ੍ਹਾਂ ਦੀ ਹਿਸਟਰੀ ਦੇ ਵਿੱਚ ਹਨ, ਜਿਹੜੀਆਂ ਬੜੀਆਂ ਨਾਮਵਰ ਤੇ ਜਿਨ੍ਹਾਂ ਦਾ ਅੱਜ ਤੱਕ ਤਹਿਲਕਾ ਨਾਂ ਲੈਂਦੇ ਆ ਵੀ ਉਹ ਬੀਬੀ, ਤੇ ਬੰਦੇ ਕੰਬਦੇ ਨੇ, ਥਰਥਰਾਉਂਦੇ ਨੇ, ਭਾਈ ਉਹ ਤਾਂ ਬਹੁਤ ਜ਼ਹਿਰੀ ਸੀ। ਭਾਈ ਇੱਥੋਂ ਤੱਕ ਸ਼ਬਦ ਵਰਤਿਆ ਜਾਂਦਾ, ਉਹ ਤਾਂ ਜ਼ਹਿਰੀ ਨਾਗਨ ਸੀ। ਇਹੋ ਜਿਹੀ ਸ਼ਬਦਾਵਲੀ ਵੀ ਵਰਤੀ ਜਾਂਦੀ। ਦੂਜੇ ਪਾਸੇ ਗੋਡ ਮਦਰ ਤੱਕ ਮੇਰਾ ਖਿਆਲ ਆਮ ਹੀ ਸਭ ਨੂੰ ਚੇਤੇ ਹੋਏਗਾ, ਸ਼ਬਾਨਾ ਆਜ਼ਮੀ ਜੀ ਨੇ ਵੀ ਉਹਦਾ ਇੱਕ ਗੋਡ ਮਦਰ ਦਾ ਰੋਲ ਜੋ ਕੀਤਾ ਸੀ, ਉਹ ਇਸੇ ਤਰ੍ਹਾਂ ਲੇਡੀ ਡੌਨ ਹੀ ਸੀ, ਗੈਂਗਸਟਰ। ਜਿਨ੍ਹਾਂ ਵਿੱਚ ਮੈਂ ਥੋੜਾ ਜਿਹਾ ਝਾਤ ਮਰਵਾਵਾਂ, ਕਿਉਂਕਿ ਇਹਨਾਂ ਦੀ ਕੀ ਸਾਈਕੀ ਹੁੰਦੀ ਹੈ, ਕਿਉਂ ਬਣਦੀਆਂ ਨੇ ਇਹਦੇ ਵਿੱਚ। ਫੁੱਲਨ ਦੇਵੀ ਮੇਰਾ ਖਿਆਲ ਇੱਕ ਪਰਫੈਕਟ ਐਗਜ਼ਾਮਪਲ ਹੈ ਜੇ ਆਪਾਂ ਗੱਲ ਕਰੀਏ। ਦੇਖੋ, 11 ਵਰਿਆਂ ਦੀ ਉਮਰ ਤੇ ਵਿਆਹੇ ਜਾਣਾ, ਉਹ ਵੀ ਅਧੇੜ ਉਮਰ ਦੇ ਨਾਲ, ਤੇ ਜਿਸ ਤਰੀਕੇ ਦਾ ਉਹਦੇ ਨਾਲ ਤਸ਼ੱਦਦ ਹੋਇਆ, ਜਿਸ ਤਰੀਕੇ ਤਿਰਸਕਾਰੀ ਗਈ, ਰੋਜ਼ ਸਵੇਰ ਤੋਂ ਰਾਤ ਤੱਕ ਗਾਲੀ ਗਲੋਚ, ਮਾਰ ਕੁਟਾਈ, ਤੇ ਅੰਤ ਵਿੱਚ ਜਿਸ ਤਰੀਕੇ ਉਹਦੇ ਨਾਲ ਯਾਨੀ ਬਲਾਤਕਾਰ ਹੋਇਆ ਬੇਹੂਦਾ ਤਰੀਕੇ ਨਾਲ, ਉਹਦੀ ਸੁਣਵਾਈ ਨਹੀਂ ਸੀ ਕਿਤੇ ਵੀ। ਸੋ ਉਹਦੇ ਕੋਲ ਕੋਈ ਰਾਹ ਹੀ ਨਹੀਂ ਸੀ ਬਚਿਆ ਕਿ ਉਹ ਆਪਣੇ ਉਹਨਾਂ ਹੀ ਬੰਦਿਆਂ ਨੂੰ, ਜਿਨ੍ਹਾਂ ਨੇ ਉਹਨਾਂ ਨਾਲ ਇਸ ਤਰੀਕੇ ਦੀ ਹਰਕਤ ਕੀਤੀ, ਕਿਉਂਕਿ ਕੋਈ ਸੁਣਵਾਈ ਨਹੀਂ, ਇਹਦੇ ਤੇ ਹੀ ਲਾਂਛਨ ਉੱਠੇ ਸੀ। ਸੋ ਇਸ ਨੇ ਅਲਟੀਮੇਟਲੀ ਆਪਣਾ ਬਦਲਾ ਆਪ ਲਿਆ। ਜਿੰਨੀਆਂ ਵੀ ਅਸੀਂ ਔਰਤਾਂ ਡੌਨ ਵੇਖੀਆਂ ਨੇ, ਹੁਣ ਉਹਨਾਂ ਵਿੱਚ ਕੁਝ ਚੀਜ਼ਾਂ ਜੋ ਕਾਮਨ ਮਿਲੀਆਂ ਹੁਣ ਤੱਕ ਦੀ ਸਟੱਡੀ ਦੌਰਾਨ, ਉਹਦੇ 'ਚ ਸੀ ਬਹੁ ਗਿਣਤੀ ਨੂੰ ਸ਼ੁਰੂ ਤੋਂ ਹੀ ਤਿਰਸਕਾਰ ਮਿਲਿਆ। ਵੱਡੀ ਗਿਣਤੀ ਸਨ ਜਿਨ੍ਹਾਂ ਨੂੰ ਸਰੀਰਕ ਸ਼ੋਸ਼ਣ ਘਰ ਹੀ ਦੇ ਵਿੱਚ ਸਹਿਣਾ ਪਿਆ ਆਪਣੇ ਕਿਸੇ ਵੱਲੋਂ। ਫਿਰ ਅਜਿਹੀਆਂ ਸਨ ਜਿਨ੍ਹਾਂ ਨੂੰ ਨਾਰਮਲ ਜੋ ਹੱਕ ਮਿਲਣੇ ਚਾਹੀਦੇ ਸੀ ਉਹਨਾਂ ਤੋਂ ਖੋਹ ਲਏ ਗਏ। ਯਾਨੀ ਪੜ੍ਹਾਈ ਨਹੀਂ ਕਰਨੀ, ਤੂੰ ਕੰਮ ਹੀ ਕਰਨਾ, ਤੂੰ ਇਹ ਨਹੀਂ ਕਰਨਾ। ਯਾਨੀ ਇੱਕ ਅਜਿਹੀ, ਫਿਰ ਉਹ ਸਨ ਜਿਨ੍ਹਾਂ ਨੂੰ ਦੱਬ ਕੇ ਮਾਰ ਕੁਟਾਈ ਹੁੰਦੀ ਰਹੀ। ਇਹ ਕਾਮਨ ਚੀਜ਼ਾਂ ਲੱਭੀਆਂ ਜਿੰਨੀਆਂ ਵੀ ਡੌਨ ਬਣੀਆਂ, ਕਿ ਜਿਹੜੀਆਂ ਸ਼ੁਰੂਆਤੀ ਦੌਰ 'ਚ ਨਾਰਮਲ ਤੁਰੀਆਂ, ਜਿਵੇਂ 10 ਵਰੇ, 11 ਵਰੇ, 12 ਵਰੇ ਤੱਕ ਬਿਲਕੁਲ ਇਹੋ ਜਿਹਾ ਕੋਈ ਰੁਝਾਨ ਨਹੀਂ ਸੀ। ਪਰ ਫਿਰ ਕੁਝ ਜਬਰੀ ਤੱਕ ਕੁਝ ਤਾਂ ਇਹੋ ਜਿਹੇ ਮਾਹੌਲ 'ਚੋਂ ਬਣੀਆਂ ਕਿ ਉਹ ਬਦਲਾ ਲਊ ਨੀਤੀ ਨਾਲ, ਕਿ ਮੈਂ ਤਹਿਸ ਨਹਿਸ ਫੇਰ ਦੇਣਾ, ਜਾਂ ਮੈਂ ਆਪ ਤਾਂ ਹੁਣ ਮੇਰੇ 'ਚ ਕੁਝ ਰਿਹਾ ਹੀ ਨਹੀਂ, ਪਰ ਜਦ ਤੱਕ ਹਾਂ ਮੈਂ ਤਬਾਹੀ ਮਚਾਉਣੀ।
ਹੁਣ ਦੂਜੇ ਪਾਸੇ ਇਹਨਾਂ ਨੂੰ ਕਿਵੇਂ ਦੇਖੋ ਵਰਤਿਆ ਜਾਂਦਾ ਹੈ, ਇਹ ਵੀ ਇਲੈਕਸ਼ਨਸ ਵਿੱਚ ਗਈ। ਬਿਲਕੁਲ ਮੇਰਾ ਖਿਆਲ ਬਹੁਤਿਆਂ ਨੂੰ ਚੇਤੇ ਹੋਣਾ ਕਿ ਸੰਤੋਖ ਬੈਨ ਉਹ ਵੀ ਕਿਸ ਤਰੀਕੇ ਇੰਜੀ ਜਨਤਾ ਦਲ ਦੇ ਨਾਲ ਜਾ ਕੇ, ਉਹ ਵੀ ਜਦ ਕਿ ਉਹਦੇ ਮਿੱਲ ਦੇ ਵਿੱਚ ਹੀ ਸੀ ਕੰਮ ਕਰਦਾ, ਉਹਦਾ ਘਰ ਵਾਲਾ ਜਿਹਨੂੰ ਮਾਰਿਆ ਗਿਆ, ਤੇ ਫਿਰ ਉਹਨਾਂ ਬੰਦਿਆਂ ਨੂੰ ਡੌਨ ਨੂੰ ਮਾਰਨ ਵਾਸਤੇ ਕਿਸ ਤਰੀਕੇ ਉਹ ਐਕਟਿਵ ਵੀ ਹੋਈ, ਆਪ ਹੀ ਫਿਰ ਉਹਨੇ ਫਿਰ ਮੁੜ ਕੇ ਉਹ ਵੀ ਐਮਐਲਏ ਬਣੀ। ਸੋ ਇੰਜ ਇਹ ਹੌਲੀ ਹੌਲੀ ਆਪਣੇ ਆਪ ਨੂੰ ਬਚਾਉਣ ਲਈ ਜਦੋਂ ਉਸ ਪੱਧਰ ਤੱਕ ਇਹ ਪਹੁੰਚ ਜਾਂਦੀਆਂ ਨੇ ਕਿ ਮੈਂ ਹੁਣ ਸਭ ਕੁਝ ਤਹਿਸ ਨਹਿਸ ਫੇਰ ਸਕਦੀ ਹਾਂ, ਮੇਰੇ ਅੱਗੇ ਬੰਦੇ ਵੀ ਝੁਕਣ ਲੱਗ ਗਏ ਨੇ, ਉਹਦੀ ਅੰਦਰਲੀ ਸੋਚ ਔਰਤ ਵਾਲੀ ਨਹੀਂ ਰਹਿੰਦੀ, ਉਹਦੀ ਅੰਦਰਲੀ ਮਾਂ ਮਰ ਜਾਂਦੀ, ਉਹਦੇ ਅੰਦਰਲੀ ਔਰਤ ਮਰ ਜਾਂਦੀ। ਉਹ ਫਿਰ ਉਦੋਂ ਸਿਰਫ ਇੱਕ ਬਦਲਾ ਲੈਣ ਦੀ ਨੀਤੀ ਨਾਲ ਖੜੀ ਹੁੰਦੀ ਜੇ, ਤੇ ਕਈ ਵਾਰ ਇਹ ਵੀ ਜ਼ਿਕਰ ਮਿਲਦਾ ਕਿ ਸ਼ੀ ਇਜ਼ ਮੋਰ ਡੇਂਜਰਸ ਦੈਨ ਅ ਮੈਨ। ਮਤਲਬ ਜੇ ਉਹਦੇ ਸਾਹਮਣੇ ਖੜਾ ਹੋ ਜਾਏ ਕੋਈ ਬੰਦਾ, ਸ਼ਾਇਦ ਉਹ ਓਨੀ ਚੁਸਤੀ ਨਾਲ ਨਾ ਮਾਰ ਸਕੇ ਜਿੰਨਾ ਇਹ, ਕਿਉਂਕਿ ਇਹ ਆਪਣੇ ਆਪ ਨੂੰ ਖਤਮ ਗਿਣਦੀ ਹੈ, ਫਿਰ ਆਂਦੀ ਹੈ ਕਿ ਮੈਂ ਤਾਂ ਮਾਰੀ ਚੁੱਕੀ ਹਾਂ, ਮੇਰੇ 'ਚ ਕੁਝ ਬਚਿਆ ਨਹੀਂ, ਹੁਣ ਮੈਨੂੰ ਹੋਰ ਕੋਈ ਕੀ ਕਤਾੜ ਲਵੇਗਾ ਜਾਂ ਮਾਰ ਦੇਵੇਗਾ। ਸੋ ਬਹੁਤ ਭਿਆਨਕ ਤਰੀਕੇ ਬਦਲਾ ਲਓ ਨੀਤੀ ਨਾਲ ਆਂਦੀ। ਜਿੱਥੋਂ ਤੱਕ ਬੰਦਿਆਂ ਦਾ ਸਵਾਲ ਹੈ, ਇਹਨਾਂ ਨੂੰ ਦਰਅਸਲ ਯੂਜ਼ ਕਿਵੇਂ ਕੀਤਾ ਜਾਂਦਾ ਜੀ। ਗੈਂਗਸਟਰ ਜੋ ਹੁਣ ਉਹ ਕਿਤਾਬ ਜਾਂ ਜਿੰਨਾ ਰਿਸਰਚ ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਕਹਿੰਦੀ ਹੈ, ਜਿਨ੍ਹਾਂ ਨੇ ਰਿਸਰਚ ਇਹ ਚਾਈਲਡਹੁੱਡ ਜਿਵੇਂ ਕਿਵੇਂ ਉਹਨਾਂ ਦਾ ਵਿਗਾੜਿਆ ਜਾਂਦਾ, ਕਿਵੇਂ ਇਹ ਜੁੜਦੇ ਨੇ, ਉਹਨਾਂ 'ਚ ਵੀ ਬੜੀ ਇੰਟਰਸਟਿੰਗ ਚੀਜ਼ ਦੱਸੀ ਗਈ ਹੈ ਕਿ ਇਹ ਸਾਰੇ ਜਿਹੜੇ ਬੱਚੇ ਵੀ ਇਸ ਪਾਸੇ ਜਾਂਦੇ ਨੇ, ਜਿਨ੍ਹਾਂ ਵਿੱਚ ਬੇਟੀਆਂ ਵੱਡੀ ਗਿਣਤੀ 'ਚ ਨੇ, ਇਹ ਬਹੁਤ ਜ਼ਿਆਦਾ ਲਗਭਗ 99% ਜਿਹੜੇ ਗੈਂਗਸਟਰਸ ਨੇ, ਇਹਨਾਂ ਦੇ ਵਿੱਚ ਔਰਤਾਂ ਦਾ ਰੋਲ ਹੈ। ਜੇ ਸਾਨੂੰ ਅੱਜ ਦੇ ਦਿਨ ਸਭ ਨੂੰ ਇਹ ਅਹਿਮ ਨੁਕਤਾ ਸਮਝ ਆ ਗਿਆ ਹੋਵੇ ਤਾਂ ਕਿੰਨੀਆਂ ਵੀ ਹੁਣ ਮੌਤਾਂ ਹੋਈਆਂ ਹੁਣ, ਉਹਨਾਂ 'ਚ ਅਹਿਮ ਕੜੀ ਅਸੀਂ ਮਨਫੀ ਕਰ ਰਹੇ ਹਾਂ ਵੀਰ, ਬੜੀ ਅਹਿਮ ਕੜੀ ਜੇ, ਜਿਸ ਵਿੱਚ ਭਾਵੇਂ ਉਹਨਾਂ ਦੀਆਂ ਗਰਲ ਫਰੈਂਡਸ ਵਜੋਂ ਜਾਂ ਉਹਨਾਂ ਦੇ ਨਾਲ ਜੁੜੀਆਂ ਇਹ ਕਿਸੇ ਵੀ ਤਰੀਕੇ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਦੇਣੀ, ਰੇਕੀ ਕਰਨੀ, ਡਰੱਗਸ ਦੇਣੀਆਂ, ਜਾਂ ਫਿਰ ਕਿਸੇ ਵੀ ਹਾਲ ਵਿੱਚ ਉਹ ਚੀਜ਼ ਹਥਿਆਰ ਪਹੁੰਚਾਉਣੇ, ਕੁਛ ਵੀ ਕਰਨਾ ਜਾਂ ਇਨਫੋਰਮੇਸ਼ਨ ਲਿਆਉਣ ਦਾ ਕੰਮ, ਸਭ ਕੁਝ ਪਹੁੰਚਾਉਣਾ, ਉਹਨਾਂ ਨੂੰ ਈਵਨ ਜੇਲ੍ਹਾਂ 'ਚੋਂ ਭਜਾਉਣਾ, ਕਿਵੇਂ ਹਾਈ ਅਫੀਸ਼ੀਅਲਸ ਨਾਲ ਕੰਟੈਕਟ ਬਣਾ ਕੇ ਕਰਨੇ, ਇਹ ਬਹੁਤ ਬਹੁਤ ਅਹਿਮ ਰੋਲ ਅਦਾ ਕਰ ਰਹੀਆਂ ਨੇ ਜਿਹੜੀਆਂ ਔਰਤਾਂ ਇਸ ਤਰੀਕੇ ਦੇ ਗੈਂਗਸ ਦੇ ਵਿੱਚ, ਜਿਨ੍ਹਾਂ 'ਚੋਂ ਕੁਛ ਨੂੰ ਸਰੀਰਕ ਸ਼ੋਸ਼ਣ ਦੇ ਬਾਅਦ ਨਾਲ ਜੋੜਿਆ ਗਿਆ, ਕੁਝ ਨੂੰ ਇਹ ਦੇ ਕੇ ਕਿ ਤੁਹਾਡੇ ਕੋਲ ਪੈਸੇ ਵੀ ਹੋਣਗੇ, ਜ਼ਿੰਦਗੀ ਇੰਜੋਏ ਕਰ ਸਕਦੇ ਹੋ, ਤੁਹਾਡੇ ਡਰ ਦੇ ਹੇਠਾਂ ਲੋਕ ਕੰਬਣਗੇ, ਹਰ ਤਰੀਕੇ ਨਾਲ। ਯਾਨੀ ਇਹ ਇੱਕ ਅਹਿਮ ਨੁਕਤਾ ਅਸੀਂ ਮਨਫੀ ਕਰ ਜਾਂਦੇ ਹਾਂ ਕਿ ਇਸ ਸਾਰੇ ਦੇ ਵਿੱਚ ਗੈਂਗਸ ਦੇ ਵਿੱਚ ਉਹ ਔਰਤ ਕਿਤੇ ਮਨਫੀ ਹੋ ਗਈ, ਜਿਹੜੀ ਕਿ ਸਾਇਲੈਂਟ ਪਾਰਟਨਰ ਬਣ ਕੇ ਵਿੱਚ ਬਹੁਤ ਅਹਿਮ ਰੋਲ ਨਿਭਾ ਰਹੀ ਹੁੰਦੀ ਹੈ। ਜੀ, ਮੈਂ ਮੈਡਮ ਥੋੜਾ ਜਿਹਾ ਇੱਕ ਵਾਰੀ ਹੋਰ ਉਸ ਪਾਸੇ ਵੱਲ ਨੂੰ ਧਿਆਨ ਦੇਣਾ ਚਾਹਾਂਗਾ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਬਾਹਰਲੇ ਮੁਲਕਾਂ ਦਾ ਹਾਲ ਕੀ ਆ, ਇੰਟਰਨੈਸ਼ਨਲ ਲੈਵਲ, ਤੁਸੀਂ ਉੱਥੋਂ ਦੀਆਂ ਕਿਤਾਬਾਂ ਪੜ੍ਹੀਆਂ ਨੇ, ਉੱਥੋਂ ਦੇ ਹਾਲਾਤ, ਇੱਥੋਂ ਦੇ ਹਾਲਾਤ, ਲੋਕ ਕਹਿੰਦੇ ਕਿ ਅਸੀਂ ਜਵਾਕਾਂ ਨੂੰ ਹੁਣ ਬਾਹਰਲੇ ਮੁਲਕ ਭੇਜ ਦਈਏ, ਪਰ ਮੈਂ ਕਈ ਵਾਰੀ ਉੱਥੋਂ ਦੀਆਂ ਰਿਪੋਰਟਾਂ ਜਦੋਂ ਦੇਖਦਾ, ਉੱਥੇ ਸਾਡੇ ਪੰਜਾਬੀ ਜਿਹੜੇ ਨੇ ਚੰਗੇ ਪੜ੍ਹੇ ਲਿਖੇ, ਚੰਗੇ ਮਤਲਬ ਕਿ ਰੁਜ਼ਗਾਰ ਤੇ ਲੱਗੇ ਹੋਏ, ਚੰਗਾ ਪੈਸਾ ਉਹਨਾਂ ਕੋਲੇ, ਉਹ ਵੀ ਇਸ ਪਾਸੇ ਗਲੈਮਰਸ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਕਿ ਇਸ ਪਾਸੇ ਵੱਲ ਨੂੰ ਤੁਰ ਪੈਂਦੇ ਨੇ ਕਿ ਜੀ ਸਾਡੇ ਕੋਲ ਵੱਡੀਆਂ ਗੱਡੀਆਂ, ਹਥਿਆਰ ਸਾਡੇ ਹੱਥਾਂ ਵਿੱਚ ਹੋਵੇ। ਉਹ ਗਾਣਿਆਂ ਨੂੰ ਸੁਣ ਸੁਣ ਕੇ ਉਹੋ ਜਿਹਾ ਮਾਹੌਲ ਬਣ ਜਾਂਦਾ, ਜਾਂ ਉੱਥੇ ਵੀ ਗੈਂਗਵਾਰ ਹੁੰਦੀ ਹੈ, ਪਰ ਸਾਡੇ ਵਾਲੇ ਉੱਥੇ ਜਾ ਕੇ ਉਹਨਾਂ ਦੇ ਵਿੱਚ ਹੀ ਰਲ ਜਾਂਦੇ ਨੇ। ਬਿਲਕੁਲ, ਇਹਦੇ ਵਿੱਚ ਇੱਕ ਸਪੈਸੀਫਿਕ ਪੋਪੂਲੇਸ਼ਨ ਗਰੁੱਪਸ ਉਹਨਾਂ ਨੇ ਡਿਵਾਈਡ ਕੀਤੇ ਨੇ ਕਿ ਕੁਝ ਹਾਈ ਪ੍ਰੋਫਾਈਲ ਗੈਂਗਸ ਨੇ ਜਿਹੜੇ ਸਿਰਫ ਸਰਪ੍ਰਸਤੀ ਕਰਦੇ ਨੇ, ਜਿਹੜੇ ਉੱਥੋਂ ਦੇ ਪੋਲੀਟੀਸ਼ੀਅਨਸ, ਜਿਹੜੇ ਪੋਲੀਟੀਕਲ ਲੀਡਰਸ, ਜਾਂ ਫਿਰ ਜਿਹੜੇ ਉੱਥੋਂ ਦੇ ਕੁਝ ਪੁਰਾਣੇ ਗੈਂਗਸਟਰਸ ਜਿਹੜੇ ਆਪਣੀ ਹੁਣ ਗੱਦੀ ਤੋਂ ਅੱਗੇ ਕਿਸੇ ਨੂੰ ਸੌਂਪਣਾ ਚਾਹੁੰਦੇ ਨੇ, ਜਾਂ ਆਪਣਾ ਗੈਂਗ ਐਕਸਪੈਂਡ ਕਰਦੇ ਨੇ, ਜਾਂ ਟੈਰੀਟਰੀ ਵਧਾਉਣੀ ਚਾਹੁੰਦੇ ਨੇ, ਉਹ ਲੱਭਦੇ ਨੇ ਇਹੋ ਜਿਹੇ ਯੂਥ ਜਿਹੜੇ ਸਭ ਰੱਜੇ ਪੁੱਜੇ ਵੀ ਨੇ, ਪਰ ਉਹਨਾਂ ਨੂੰ ਆਪਣੀ ਆਈਡੈਂਟੀਟੀ ਦੀ ਲੋੜ ਹੈ, ਆਪਣੇ ਆਪ ਨੂੰ ਅਗਾਂਹ ਵਧਾਉਣ ਦੀ ਲੋੜ ਹੈ, ਆਪਣੇ ਆਪ ਨੂੰ ਉਤਾਂਹ ਚੁੱਕਣ ਦੀ ਕੋਸ਼ਿਸ਼ ਵਿੱਚ ਜੋ ਜੁਟੇ ਨੇ, ਉਹ ਲੋਕ ਨੇ ਜਿਹੜੇ ਰੱਜੇ ਪੁੱਜੇ ਘਰਾਂ ਦੇ ਵਿੱਚੋਂ ਵੀ ਗਨ ਕਲਚਰ ਵੱਲ ਖਿੱਚੇ ਜਾਂਦੇ ਨੇ, ਕਿਉਂਕਿ ਮਾਪਿਆਂ ਕੋਲ ਸਮਾਂ ਨਹੀਂ, ਕੋਈ ਮਾਰਨਿੰਗ ਡਿਊਟੀ ਹੈ, ਕੋਈ ਈਵਨਿੰਗ ਡਿਊਟੀ ਹੈ, ਬੱਚੇ ਛੱਡ ਦਿੱਤੇ ਵੀ ਜਾਓ ਤੁਸੀਂ ਆਪਣੇ ਘੁੰਮੋ,
ਤੇ ਉਹਨਾਂ ਨੂੰ ਆਜ਼ਾਦੀ ਹੈ ਤੇ ਉਹ ਆਜ਼ਾਦੀ ਦੀ ਜਿਹੜੀ ਦੁਰਵਰਤੋਂ ਹੁੰਦੀ ਜੇ ਉਹ ਜੇ ਜਿਹੜਾ ਇਹਨਾਂ ਨੂੰ ਛੇਤੀ ਅਮੀਰ ਜਾਂ ਛੇਤੀ ਨਾਮ ਕਮਾਉਣ ਦੇ ਚੱਕਰ ਵਿੱਚ ਇਸ ਪਾਸੇ ਵੱਲ ਧੱਕ ਦਿੰਦੀ। ਮੇਰਾ ਆਖਰੀ ਸਵਾਲ ਇਹ ਆ ਜਾਂਦਿਆਂ ਕਿ ਜਦੋਂ ਸਰਕਾਰਾਂ ਇਹ ਗੱਲ ਕਰਦੀਆਂ ਕਿ ਗੈਂਗਸਟਰ ਘਰ ਵਾਪਸੀ ਕਰਨਾ ਚਾਹੁੰਦੇ ਨੇ, ਪਰ ਉਹ ਤਰੀਕਾ ਮਤਲਬ ਨਹੀਂ ਅਪਣਾਇਆ ਜਾਂਦਾ ਜਿਹਦੇ ਨਾਲ, ਕਿਉਂਕਿ ਉਹਨਾਂ ਨੇ ਫੇਰ ਉਸੇ ਸਮਾਜ ਦੇ ਵਿੱਚ ਆ ਜਾਣਾ ਜਿਹੜੇ ਸਮਾਜ ਤੋਂ ਤੰਗ ਹੋ ਕੇ ਜਾਂ ਆਕੀ ਹੋ ਕੇ ਅੰਦਰ ਜਾਂਦੇ ਨੇ ਜੇਲ੍ਹਾਂ 'ਚ, ਉਹੋ ਜਿਹੇ ਮਾਹੌਲ ਵਿੱਚ ਰਹਿੰਦੇ ਨੇ ਇੰਨੇ ਸਾਲ ਰਹਿਣ ਤੋਂ ਬਾਅਦ ਉਹ ਫੇਰ ਦੁਬਾਰਾ ਕਿਵੇਂ ਵਾਪਸੀ ਉਹਨਾਂ ਦੀ ਕਰਵਾਈ ਜਾਏਗੀ। ਹਾਲਾਂਕਿ ਇਹ ਜ਼ਰੂਰ ਹੈ ਕਿ ਕਈ ਗੈਂਗਸਟਰ ਘਰ ਵਾਪਸੀ ਕਰ ਵੀ ਚੁੱਕੇ ਨੇ, ਵੱਡੇ ਕਰ ਜਾਂਦੇ ਨੇ, ਪਰ ਉਹਨਾਂ ਨੂੰ ਇੱਕ ਮਾਹੌਲ ਵੀ ਤਾਂ ਚਾਹੀਦਾ ਹੈ। ਜੇ ਬਾਹਰ ਹੀ ਉਹੋ ਜਿਹਾ ਗਨ ਕਲਚਰ ਵਾਲਾ ਮਾਹੌਲ ਹੋਏਗਾ ਜਾਂ ਬਾਹਰ ਮਾਰ ਦੋ ਧਰ ਦੋ ਵਾਲਾ ਹੋਏਗਾ ਤੇ ਫਿਰ ਉਹ ਮਤਲਬ ਕਿ ਬੇਇਨਸਾਫੀ ਵੀ ਹੁੰਦੀ ਹੈ ਬਹੁਤੀ ਥਾਵਾਂ ਤੇ ਥਾਣਿਆਂ 'ਚ ਧੱਕੇਸ਼ਾਹੀ ਵੀ ਹੁੰਦੀ ਹੈ, ਤੇ ਫਿਰ ਉਹ ਕਿਸ ਤਰ੍ਹਾਂ ਤੁਸੀਂ ਤਬਦੀਲੀ ਦੀ ਗੱਲ ਕਰਦੇ ਹੋ? ਫਿਰ ਤਾਂ ਹੋਰ ਵੀ ਗੈਂਗਸਟਰ ਪੈਦਾ ਹੋਣਗੇ, ਉਹ ਸੁਧਰ ਜਾਣਗੇ, ਨਵੇਂ ਆ ਜਾਣਗੇ। ਗੱਲ ਤਾਂ ਸਿਸਟਮ 'ਚ ਸੁਧਾਰ ਦੀ ਵੀ ਹੈ। ਸੁਖਵਿੰਦਰ ਜੀ, ਉਸ ਕਿਤਾਬ ਦਾ ਅੰਤ ਵਾਲਾ ਜੋ ਚੈਪਟਰ ਹੈ ਨਾ, ਉਹ ਅੱਖਾਂ ਖੋਲਣ ਵਾਲਾ ਹੈ। ਉਹਨਾਂ ਨੇ ਕਿਹਾ ਜੀ ਪੁਰਾਣੇ ਤੇ ਅੱਜ ਦੇ ਗੈਂਗਸਟਰਸ ਵਿੱਚ ਬਹੁਤ ਫਰਕ ਹੈ। ਪੁਰਾਣੇ ਸਮਿਆਂ ਦੇ ਜਿਹੜੇ ਡਾਕੂ ਵੀ ਹੁੰਦੇ ਸਨ, ਮੇਰਾ ਖਿਆਲ ਹੈ ਤੁਹਾਨੂੰ ਚੇਤੇ ਹੋਏਗਾ ਕਿ ਉਦੋਂ ਕਿਵੇਂ ਉਹਨਾਂ ਤੋਂ ਹਥਿਆਰ ਵੀ ਵਾਪਸ ਆਉਂਦੇ ਸਨ, ਕਿਵੇਂ ਪਿਆਰ ਤੇ ਮੁਹੱਬਤ ਨਾਲ ਮੋੜ ਕੇ ਉਹ ਨਾਰਮਲ ਲਾਈਫ ਜਿਉਂਦੇ ਸਨ। ਹੁਣ ਇਸ ਅਖੀਰੀ ਜੋ ਨੁਕਤਾ ਉਹਨਾਂ ਨੇ ਦੱਸਿਆ ਉਹ ਇਹ ਕਿ ਅੱਜ ਦੇ ਗੈਂਗਸਟਰਸ ਅਫਸੋਸ ਕੇ ਪਾਲੇ ਜਾਂਦੇ ਨੇ। ਪਾਲਦਾ ਕੌਣ ਹੈ? ਪੋਲੀਟੀਕਲ ਲੀਡਰਸ। ਉਹ ਆਪਣੀ ਲੋੜ ਅਨੁਸਾਰ ਪਾਲ ਕੇ ਲੋੜ ਅਨੁਸਾਰ ਖਤਮ ਕਰਵਾ ਦਿੰਦੇ ਨੇ। ਉਹਨਾਂ ਲਈ ਇਹ ਸਿਰਫ ਵਰਤੋ ਤੇ ਸੁੱਟੋ ਵਾਲੇ ਇਹਨਾਂ ਨੇ ਇਹ ਔਜ਼ਾਰ ਰੱਖੇ ਨੇ। ਤੇ ਹੁਣ ਉਹਨਾਂ ਨੇ ਕਿਹਾ ਫਿਕਰ ਇਸ ਕਰਕੇ ਨਹੀਂ ਸਾਨੂੰ ਬਹੁਤਾ ਕਿ ਅੱਗੇ ਪੋਲੀਟੀਕਲ ਲੀਡਰਸ ਇਹਨਾਂ ਨੂੰ ਪਾਲਦੇ ਸੀ। ਅੱਜ ਦੇ ਦਿਨ ਜੇ ਝਾਤ ਮਾਰੋ ਭਾਰਤ ਦੇ ਵਿੱਚ ਵੀ ਤਾਂ 60% ਤੋਂ ਵੱਧ ਉਹ ਨੇ ਜਿਨ੍ਹਾਂ ਦੇ ਅਗੇਂਸਟ ਕੋਈ ਨਾ ਕੋਈ ਕੇਸ ਹੈ। ਸੋ ਪੋਲੀਟੀਕਲ ਲੀਡਰਸ ਹੀ ਇਹ ਗੈਂਗਸਟਰ ਹੌਲੀ ਕਲਚਰ ਵਾਲੇ ਬਣ ਰਹੇ ਨੇ। ਤਾਂ ਵੀਰਾ ਸੁਧਾਰ ਕਿਹਨੇ ਕਰਨਾ ਜੇ? ਜਿਨ੍ਹਾਂ ਦੇ ਖਿਲਾਫ ਕੇਸ ਨੇ ਫਿਰੌਤੀ ਦੇ, ਕਤਲ ਦੇ, ਰੇਪ ਦੇ, ਉਹ ਆਪ ਐਮਐਲਏ ਬਣ ਚੁੱਕੇ ਨੇ ਜਾਂ ਆਪ ਮਿਨਿਸਟਰ ਬਣ ਚੁੱਕੇ ਨੇ ਜਾਂ ਆਪ ਉੱਚੇ ਅਹੁਦਿਆਂ ਤੇ ਨੇ। ਉਹਨਾਂ ਨੇ ਹੁਣ ਕਿਸ ਨੂੰ ਪਾਲਣਾ ਤੇ ਕੀ ਅਗਾਂਹ ਕਰਨਾ ਤੇ ਕੀ ਦਰੁਸਤ ਕਰਨਾ। ਸੋ ਉਹਨਾਂ ਨੇ ਲਿਖਿਆ ਅਫਸੋਸ ਕਿ ਅੱਜ ਦੇ ਦਿਨ ਜਦੋਂ ਇਹ ਗੈਂਗਸਟਰ ਹੀ ਪੋਲੀਟੀਕਲ ਲੀਡਰ ਬਣਨ ਵੱਲ ਨੂੰ ਤੁਰ ਪਏ ਹੋਣ ਤਾਂ ਸੁਧਾਰ ਦੀ ਉਮੀਦ ਰੱਖਣੀ ਫਜ਼ੂਲ ਏ। ਇਹ ਸੁਧਾਰ ਸਿਰਫ ਉਦੋਂ ਆਏਗਾ ਜਦੋਂ ਆਮ ਲੋਕ ਇੱਕ ਫ੍ਰੈਂਚ ਰੈਵੋਲਿਊਸ਼ਨ ਦਾ ਰਾਹ ਅਪਣਾਉਣਗੇ, ਇਹੋ ਜਿਹਿਆਂ ਨੂੰ ਗੱਦੀਆਂ ਲਾ ਕੇ ਸਿਰ ਵੱਢ ਕੇ ਗਲੀਆਂ ਨਾਲੀਆਂ ਲਾਲ ਕਰ ਦੇਣਗੇ, ਤਾਂ ਹੀ ਅਸਲ ਸੁਧਾਰ ਹੋਏਗਾ। ਵਰਨਾ ਇਹ ਹੌਲੀ ਜਿਸ ਤਰੀਕੇ ਦਾ ਡਰ ਤੇ ਭੈ ਫੈਲਾ ਕੇ ਆਪ ਹੀ ਦੇਖੋ, ਬਹੁਤ ਅਹਿਮ ਗੱਲ ਏ। ਉਹਨਾਂ ਨੇ ਕਿਹਾ ਮਾਰਨ ਵਾਲੇ ਵੀ ਇਹੋ ਨੇ, ਡਰ ਵੀ ਫੈਲਾਉਣ ਵਾਲੇ ਇਹੋ ਨੇ, ਤੇ ਛਾਤੀ ਤੇ ਹੱਥ ਮਾਰ ਕੇ ਜਦੋਂ ਸਭ ਕੁਝ ਹੋ ਜਾਂਦਾ ਹੈ, ਬਚਾਉਣ ਵਾਲਾ ਦਿਖਾਉਂਦੇ ਨੇ ਆਪਣੇ ਆਪ ਨੂੰ, ਮੈਂ ਹੀ ਆ, ਤੁਹਾਨੂੰ ਮੇਰੇ ਅਧੀਨ ਹੀ ਬਚ ਸਕੋਗੇ। ਤੇ ਕਰਨ ਵਾਲੇ ਵੀ ਉਹੀ, ਬਚਾਉਣ ਵਾਲਾ ਬਣ ਕੇ ਵੀ ਸਾਹਮਣੇ ਉਹੀ ਆਉਂਦੇ ਨੇ। ਤੇ ਫਿਰ ਬਚਣਾ ਅਸੀਂ ਕਿਸ ਤੋਂ ਹੈ? ਸੁਧਾਰ ਕਿਸਨੇ ਲਿਆਉਣਾ? ਸੋ ਲੋਕਾਂ ਨੂੰ ਜਾਗਣ ਦੀ ਲੋੜ ਹੈ ਭਾਈ। ਅਸਲ ਕੌਣ ਨੇ ਇਹ ਹਥਿਆਰੇ? ਇਹ ਗੈਂਗਸਟਰ ਦਾ ਜਿਹੜਾ ਮੁਖੌਟਾ ਚਾੜ ਕੇ ਅੱਜ ਜੋ ਸਾਡੇ ਹੀ ਉੱਪਰ ਬਣ ਕੇ ਰੂਲ ਵੀ ਬਣਾਉਣ ਵਾਲੇ ਇਹੀ ਨੇ, ਸਭ ਕੁਝ ਇਹੀ ਨੇ, ਇਹੀ ਹਥਿਆਰ ਪਹੁੰਚਾਉਂਦੇ ਨੇ, ਇਹੀ ਅੰਦਰ ਜੇਲ੍ਹਾਂ ਦੇ ਵਿੱਚ ਤਾੜ ਕੇ ਮੋਬਾਈਲ ਵੀ ਦਿੰਦੇ ਨੇ, ਇਹੀ ਕੰਮ ਕਰਵਾਉਂਦੇ ਵੀ ਨੇ, ਤੇ ਫਿਰ ਉਸ ਬੰਦੇ ਨੂੰ ਗਾਇਬ ਵੀ ਇਹੋ ਕਰਾ ਦਿੰਦੇ ਨੇ। ਅਸੀਂ ਨਿਆਂ ਕਿਸ ਤੋਂ ਲੈਣਾ? ਬਿਲਕੁਲ ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਸੋ ਮੇਰੇ ਨਾਲ ਮੌਜੂਦ ਸਨ ਡਾਕਟਰ ਹਰਸ਼ਿੰਦਰ ਕੌਰ। ਗੈਂਗਸਟਰਵਾਦ ਨੂੰ ਲੈ ਕੇ ਅਸੀਂ ਚਰਚਾ ਕੀਤੀ ਹੈ। ਚਰਚਾ ਅੱਗੇ ਵੀ ਚੱਲਦੀ ਰਹਿਣੀ ਹੈ, ਕਿਉਂਕਿ ਜਦੋਂ ਤੱਕ ਗੈਂਗਸਟਰਵਾਦ ਖਤਮ ਨਹੀਂ ਹੁੰਦਾ, ਜਦੋਂ ਤੱਕ ਨਿਰਦੋਸ਼ਾਂ ਦੀਆਂ ਜਾਨ ਦੇ ਉੱਤੇ ਲਗਾਮ ਨਹੀਂ ਕੱਸੀ ਜਾਂਦੀ, ਉਦੋਂ ਤੱਕ ਇਹ ਚਰਚਾ ਚੱਲਦੀ ਰਹਿਣੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।